ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਪੰਜਾਬ ਦੀ ਸਿਆਸਤ ਦੇ ਨਾਲ ਜੁੜਿਆ ਵੱਡਾ ਤੇ ਪ੍ਰਾਈਮ ਮੁੱਦਾ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਪਾਰਟੀਆਂ ਦੇ ਵੱਲੋਂ ਲੋਕਾਂ ਨੂੰ ਲੁਭਾਉਣ ਦੇ ਲਈ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਨੇ, ਦਾਅਵੇ ਕੀਤੇ ਜਾ ਰਹੇ ਨੇ, ਜਿਨ੍ਹਾਂ ਨੂੰ ਲਗਾਤਾਰ ਨਵਜੋਤ ਸਿੰਘ ਸਿੱਧੂ ਨਿਸ਼ਾਨੇ ਤੇ ਲੈਂਦੇ ਆ ਰਹੇ ਸੀ। ਪਰ ਅੱਜ ਖੁਦ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਸਭ ਨੂੰ ਪਛਾੜਦਿਆਂ ਵੱਡੇ ਦਾਅਵੇ ਤੇ ਵਾਅਦੇ ਕਰ ਦਿੱਤੇ ਗਏ ਨੇ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਕੀਤੇ ਵਾਅਦੇ ਜਿਹੜੇ ਆ ਇਹ ਕਿਵੇਂ ਵਫਾ ਹੋਣਗੇ, ਕਿਵੇਂ ਪੂਰੇ ਹੋਣਗੇ, ਇਸ ਤੇ ਗੱਲਬਾਤ ਕਰਾਂਗੇ। ਕਿਉਂਕਿ ਜਦੋਂ ਨਵਜੋਤ ਸਿੰਘ ਸਿੱਧੂ ਤੋਂ ਛੋਟੇ ਵਾਅਦੇ ਕਰਨ ਵਾਲੀਆਂ ਪਾਰਟੀਆਂ ਐਲਾਨ ਕਰ ਰਹੀਆਂ ਸੀ ਤਾਂ ਸਿੱਧੂ ਕਹਿ ਰਹੇ ਸੀ ਕਿ ਇਹ ਵਾਅਦੇ ਪੂਰੇ ਹੋ ਹੀ ਨਹੀਂ ਸਕਦੇ, ਪੈਸਾ ਹੀ ਹੈ ਨਹੀਂ। ਤੇ ਅੱਜ ਖੁਦ ਸਿੱਧੂ ਨੇ ਉਹਨਾਂ ਤੋਂ ਵੀ ਵੱਡੇ ਦਾਅਵੇ ਤੇ ਵਾਅਦੇ ਪੇਸ਼ ਕਰ ਦਿੱਤੇ ਨੇ, ਲੋਕਾਂ ਦੇ ਨਾਲ ਕਰ ਦਿੱਤੇ ਨੇ। ਸਿੱਧੂ ਖੁਦ ਕਿਵੇਂ ਪੂਰੇ ਕਰਨਗੇ, ਇਸ ਤੇ ਗੱਲਬਾਤ ਕਰਾਂਗੇ। ਗੱਲਬਾਤ ਇਹ ਵੀ ਕਰਾਂਗੇ ਕਿ ਚੋਣ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਤੇ ਐਲਾਨ ਜਿਹੜਾ ਨਵਜੋਤ ਸਿੰਘ ਸਿੱਧੂ ਕਰ ਰਿਹਾ ਕਿ ਆਪਸ ਦੇ ਵਿੱਚ ਇਹਨਾਂ ਦੀ ਤਾਲਮੇਲ ਕੋਈ ਹੈ ਜਾਂ ਨਹੀਂ ਹੈ, ਜਾਂ ਚੋਣ ਮੈਨੀਫੈਸਟੋ ਕਮੇਟੀ ਤੋਂ ਬਾਹਰ ਹੋ ਕੇ ਸਿੱਧੂ ਨੇ ਇਹ ਖੁਦ ਐਲਾਨ ਕੀਤੇ ਨੇ ਕਿ ਇਹ ਪਾਰਟੀ ਦੇ ਐਲਾਨ ਨੇ ਜਾਂ ਫਿਰ ਨਵਜੋਤ ਸਿੰਘ ਸਿੱਧੂ ਦੇ ਆਪਣੇ ਐਲਾਨ ਨੇ, ਜਿਹੜਾ ਉਹ ਆਪਣਾ ਪੰਜਾਬ ਮਾਡਲ ਦੱਸ ਰਹੇ ਨੇ। ਜੇ ਆਪਣਾ ਤਾਂ ਲੋਕਾਂ 'ਚ ਕੀ ਅਸਰ ਜਾਊਗਾ, ਜੇ ਪਾਰਟੀ ਦਾ ਤਾਂ ਲੋਕਾਂ 'ਚ ਕੀ ਅਸਰ ਜਾਊਗਾ, ਇਸ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਉੱਘੇ ਰਾਜਨੀਤੀ ਸ਼ਾਸਤਰ ਦੇ ਮਾਹਰ ਡਾਕਟਰ ਕੁਲਦੀਪ ਸਿੰਘ ਜੀ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਸਿੱਧੂ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ, ਵੈਸੇ ਤਾਂ ਆਪਣੇ ਦਰਸ਼ਕਾਂ ਨੂੰ ਪਤਾ ਹੀ ਹੈ, ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਨਵਜੋਤ ਸਿੰਘ ਸਿੱਧੂ ਦੇ ਕੀਤੇ ਹੋਏ ਜਿਹੜੇ ਵਾਅਦੇ ਤੇ ਦਾਅਵੇ ਨੇ ਉਹਨਾਂ ਦੀ ਲਿਸਟ ਜਿਹੜੀ ਹੈ ਉਹ ਦਿਖਾਈ ਜਾਵੇ, ਕਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਦਾਅਵੇ ਕੀਤੇ ਨੇ। ਇਹ ਪਹਿਲਾ ਦਾਅਵਾ ਹੈ, ਪੰਜਾਬ 'ਚ ਜ਼ਮੀਨ ਜਾਇਦਾਦ ਔਰਤ ਦੇ ਨਾਂ ਰਜਿਸਟਰ ਕਰਵਾਈ ਜਾਵੇਗੀ ਤਾਂ ਉਸ ਦੀ ਕੋਈ ਸਰਕਾਰੀ ਫੀਸ ਨਹੀਂ ਵਸੂਲੀ ਜਾਵੇਗੀ। ਹੁਣ ਵੱਡੇ ਪੱਧਰ ਤੇ ਇਹ ਫੀਸ ਵਸੂਲੀ ਜਾ ਰਹੀ ਹੈ, ਪਰ ਇਹ ਹੁਣ ਨਵਜੋਤ ਦੇ ਵੱਲੋਂ ਕਿਹਾ ਗਿਆ ਕਿ ਸਾਡੀ ਸਰਕਾਰ ਦੁਬਾਰਾ ਆਉਣ ਦੇ ਉੱਪਰ ਇਹ ਜਿਹੜੀ ਹੈ ਫੀਸ ਨਹੀਂ ਲਈ ਜਾਊਗੀ। ਅਗਲਾ ਵਾਅਦਾ, ਅਗਲਾ ਉਹਨਾਂ ਦੇ ਵੱਲੋਂ ਇਹ ਟੋਟਲ ਹੈ, ਇਹ ਦਿਖਾ ਦੇਣ ਸਾਡੇ ਦਰਸ਼ਕਾਂ ਨੂੰ। ਸਿੱਧੂ ਨੇ ਪੰਜਾਬ ਮਾਡਲ ਦੇ ਜ਼ਰੀਏ ਕੀਤੇ ਵੱਡੇ ਐਲਾਨ। ਹਰ ਘਰੇਲੂ ਔਰਤ ਨੂੰ 2000 ਰੁਪਏ ਪ੍ਰਤੀ ਮਹੀਨਾ ਅਤੇ ਹਰ ਸਾਲ ਦੇ ਵਿੱਚ 8 ਗੈਸ ਸਿਲੰਡਰ ਮੁਫਤ ਦਿੱਤੇ ਜਾਣਗੇ। ਜਦੋਂ ਬਾਕੀ ਕਹਿ ਰਹੇ ਸੀ ਉਦੋਂ ਨਵਜੋਤ ਨਿਸ਼ਾਨੇ ਤੇ ਲੈ ਰਹੇ ਸੀ, ਤਾਂ ਹੁਣ ਉਹਨਾਂ ਨੇ ਕਹਿਤਾ ਹੈ ਕਿ 5ਵੀਂ ਪਾਸ ਕਰਨ ਵਾਲੀ ਹਰ ਲੜਕੀ ਨੂੰ 5000, ਯਾਨੀ ਕਿ ਇੱਕੋ ਵਾਰੀ ਜਦੋਂ 5ਵੀਂ ਪਾਸ ਕਰੂਗੀ ਉਦੋਂ 5000 ਰੁਪਏ ਗਿਫਟ ਦੇ ਤੌਰ ਤੇ, ਇਨਾਮ ਦੇ ਤੌਰ ਤੇ ਦਿੱਤੇ ਜਾਣਗੇ। ਤਾਂ 10ਵੀਂ ਪਾਸ ਕਰਨ ਤੇ ਉਹਨਾਂ ਨੂੰ 15000 ਰੁਪਏ ਇੱਕ ਵਾਰ ਦਿੱਤੇ ਜਾਣਗੇ। 12ਵੀਂ ਪਾਸ ਕਰਨ ਵਾਲੀਆਂ ਲੜਕੀਆਂ ਨੂੰ ਵੀ 20000 ਰੁਪਏ ਇੱਕ ਵਾਰ ਦਿੱਤੇ ਜਾਣਗੇ। ਪੜ੍ਹਾਈ ਲਈ ਵਿਦੇਸ਼ ਜਾਣ ਵਾਲੀਆਂ ਅਤੇ ਉਚੇਰੀ ਸਿੱਖਿਆ ਕਰਨ ਵਾਲੀਆਂ ਕੁੜੀਆਂ ਨੂੰ ਟੈਬਲੇਟ ਦਿੱਤੀ ਜਾਵੇਗੀ। ਜ਼ਮੀਨ ਜਾਇਦਾਦ ਔਰਤਾਂ ਦੇ ਨਾਂ ਕਰਵਾਉਣ ਲਈ ਕੋਈ ਰਜਿਸਟਰੀ ਖਰਚ ਨਹੀਂ ਲਿਆ ਜਾਊਗਾ। ਸਕੂਟਰੀ ਤੱਕ ਦੇਣ ਦੇ ਵੀ ਐਲਾਨ ਕੀਤੇ ਗਏ ਨੇ। ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਕੋਲ ਇੰਨਾ ਪੈਸਾ ਹੈ, ਪੰਜਾਬ ਇਸ ਵਿੱਤੀ ਸੰਕਟ ਦੇ ਵਿੱਚੋਂ ਅੱਜ ਅਚਾਨਕ ਨਿਕਲ ਗਿਆ ਤਾਂ ਜੋ ਨਵਜੋਤ ਸਿੰਘ ਸਿੱਧੂ ਨੇ ਏਡੇ ਵਾਅਦੇ ਕਰ ਦਿੱਤੇ ਨੇ? ਸੁਖਵਿੰਦਰ, ਜਦੋਂ ਅਸੀਂ ਲੋਕ ਭਲਾਈ ਦੀ ਗੱਲ ਕਰਦੇ ਆ ਨਾ, ਤੇ ਸਭ ਤੋਂ ਪਹਿਲਾਂ ਸਰਕਾਰ ਨੂੰ ਇਸ ਗੱਲ ਦਾ ਫੈਸਲਾ ਕਰਨਾ ਪੈਂਦਾ ਕਿ ਕਿਹੜੇ ਉਹ ਲੋਕ ਨੇ, ਕਿਹੜੇ ਉਹ ਸਮਾਜ ਦੇ ਵਰਗ ਨੇ ਜਿਨ੍ਹਾਂ ਨੂੰ ਲੋਕ ਭਲਾਈ ਦੇ ਕੰਮਾਂ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ, ਜਿਨ੍ਹਾਂ ਲਈ ਰਾਜ ਨੂੰ, ਸਰਕਾਰ ਨੂੰ ਲੋਕ ਭਲਾਈ ਦੀਆਂ ਸਕੀਮਾਂ ਬਣਾਉਣੀਆਂ ਬਣਦੀਆਂ ਨੇ। ਸੋ ਪਹਿਲਾ ਕੰਮ ਹੁੰਦਾ ਹੈ ਤੁਸੀਂ ਉਹਨਾਂ ਲੋਕਾਂ ਨੂੰ ਆਇਡੈਂਟੀਫਾਈ ਕਰਨਾ। ਦੂਜਾ ਇਹ ਹੁੰਦਾ ਹੈ ਜਿਹੜੇ ਤੁਸੀਂ ਲੋਕਾਂ ਨੂੰ ਆਇਡੈਂਟੀਫਾਈ ਕੀਤਾ, ਜਿਹੜੇ ਤੁਹਾਡੇ ਮੁਤਾਬਕ ਲੋਕ ਭਲਾਈ ਦੇ ਸਕੀਮਾਂ ਵਿੱਚ ਸ਼ਾਮਲ ਹੋਣੇ ਬਣਦੇ ਨੇ, ਉਹਨਾਂ ਦੀ ਲੋਕ ਭਲਾਈ ਕਿਸ ਰੂਪ ਵਿੱਚ ਕਰਨੀ ਹੈ। ਤੁਸੀਂ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰਨੀ ਹੈ, ਤੁਸੀਂ ਵਧੀਆ ਹੈਲਥ ਪ੍ਰੋਵਾਈਡ ਕਰਨੀ ਹੈ, ਤੁਸੀਂ ਰੁਜ਼ਗਾਰ ਦੇ ਮੌਕੇ ਪ੍ਰੋਵਾਈਡ ਕਰਨੇ ਨੇ, ਤੁਸੀਂ ਸੂਬੇ ਦਾ ਇਨਫਰਾਸਟਰਕਚਰ ਇੰਪਰੂਵ ਕਰਨਾ ਹੈ। ਇਹ ਸਾਰੀਆਂ ਗੱਲਾਂ ਦਾ ਫੈਸਲਾ ਕਰਨਾ ਹੁੰਦਾ ਹੈ। ਜਿਸ ਕਿਸਮ ਦੀਆਂ ਅਨਾਊਂਸਮੈਂਟ ਅੱਜ ਨਵਜੋਤ ਸਿੰਘ ਸਿੱਧੂ ਨੇ ਕੀਤੀਆਂ ਨੇ, ਉਸ ਕਿਸਮ ਦੀਆਂ ਅਨਾਊਂਸਮੈਂਟ ਅਕਾਲੀ ਦਲ ਨੇ ਵੀ ਕੀਤੀਆਂ ਨੇ, ਉਸ ਕਿਸਮ ਦੀਆਂ ਅਨਾਊਂਸਮੈਂਟ ਆਮ ਆਦਮੀ ਪਾਰਟੀ ਨੇ ਵੀ ਕੀਤੀਆਂ ਨੇ। ਸੋ ਇਸ ਕਰਕੇ ਮੇਰੇ ਮੁਤਾਬਕ ਇਹ ਜਿਹੜੀਆਂ ਅਨਾਊਂਸਮੈਂਟਸ ਨੇ ਇਹ ਕੋਈ ਮਾਡਲ ਬਣਿਆ ਹੋਵੇ, ਜਿਹੜਾ ਮਾਡਲ ਸੂਬੇ ਵਿੱਚ ਲਾਗੂ ਕਰਕੇ ਲੋਕਾਂ ਦੀ ਭਲਾਈ ਵਾਲੇ ਪਾਸੇ ਅਸੀਂ ਤੁਰ ਸਕਦੇ ਹੋਈਏ, ਇਹ ਉਸ ਕਿਸਮ ਦਾ ਮਾਡਲ ਨਹੀਂ ਹੈਗਾ। ਇਹ ਤਾਂ ਜਿਹਨੂੰ ਆਪਾਂ ਕਹਿੰਦੇ ਨਾ ਸਕੈਟਰਡ ਸਕੀਮਾਂ ਹੈਗੀਆਂ ਨੇ। ਇੱਕ ਤੁਸੀਂ ਗੱਲ ਹੋਰ ਨੋਟ ਕਰੋ, ਜਦੋਂ ਸੂਬੇ ਦੇ
ਜਿਹੜੇ ਸਾਧਨ ਨੇ ਉਹ ਸੀਮਤ ਹੋਣ, ਫਿਰ ਤਾਂ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਵਾਕਿਆ ਹੀ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਗੱਲ ਦਾ ਫੈਸਲਾ ਕੀਤਾ ਜਾਵੇ ਕਿ ਪੰਜਾਬ ਵਿੱਚ ਸਭ ਤੋਂ ਲੋੜਵੰਦ ਲੋਕ ਕੌਣ ਨੇ। ਉਹ ਵਿਦਿਆਰਥੀ ਨੇ, ਉਹ ਮਜ਼ਦੂਰ ਨੇ, ਉਹ ਕਿਸਾਨ ਨੇ, ਉਹ ਔਰਤਾਂ ਨੇ। ਇਸ ਗੱਲ ਦਾ ਵਿਚਾਰ ਵਟਾਂਦਰਾ ਕਰਨਾ ਬਣਦਾ ਸੀ। ਸੋ ਜਿਸ ਤਰੀਕੇ ਨਾਲ ਅਨਾਉਂਸਮੈਂਟਸ ਹੋ ਰਹੀਆਂ ਨੇ, ਇਹ ਤਾਂ ਸਿੰਪਲੀ ਇਹ ਸੰਕੇਤ ਕਰਦਾ ਹੈ ਕਿ ਜਦੋਂ ਤੁਹਾਨੂੰ ਲੱਗਿਆ ਕਿ ਵਿਦਿਆਰਥੀਆਂ ਦੀਆਂ ਵੋਟਾਂ ਇੰਪੋਰਟੈਂਟ ਨੇ, ਤੁਸੀਂ ਵਿਦਿਆਰਥੀਆਂ ਦੀ ਗੱਲ ਕਰ ਦਿੱਤੀ। ਜਦੋਂ ਤੁਹਾਨੂੰ ਲੱਗਿਆ ਕਿ ਔਰਤਾਂ ਮਹੱਤਵਪੂਰਨ ਨੇ, ਉਹਨਾਂ ਦੀ ਗੱਲ ਕਰ ਦਿੱਤੀ। ਜਦੋਂ ਤੁਹਾਨੂੰ ਲੱਗਿਆ ਕਿ ਕਿਸਾਨ ਇੰਪੋਰਟੈਂਟ ਨੇ, ਉਹਨਾਂ ਦੀ ਗੱਲ ਕਰ ਦਿੱਤੀ। ਇਹ ਕੋਈ ਮਾਡਲ ਵਾਲੀ ਗੱਲ ਨਹੀਂ ਹੈਗੀ। ਸੋ ਇਸ ਕਰਕੇ ਹਾਂ, ਕਦੇ ਕਦਾਈ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਤੋਂ ਅਲੱਗ ਕਿਸਮ ਦੀ ਗੱਲ ਕਰਦੇ ਸੀਗੇ, ਕਿਉਂਕਿ ਜਦੋਂ ਕਦੇ ਵੀ ਉਹ ਇਸ ਕਿਸਮ ਦੀਆਂ ਅਨਾਉਂਸਮੈਂਟਸ ਹੁੰਦੀਆਂ ਸੀ, ਨਵਜੋਤ ਸਿੰਘ ਸਿੱਧੂ ਦਾ ਪ੍ਰਤੀਕਰਨ ਇਹ ਹੁੰਦਾ ਸੀਗਾ ਕਿ ਇਹ ਲੋਲੀਪੌਪ ਨਹੀਂ ਹੋਣੇ ਚਾਹੀਦੇ, ਇਹ ਉਸ ਕਿਸਮ ਦੀ ਰਾਹਤ ਹੋਣੀ ਚਾਹੀਦੀ ਹੈ ਜਿਹੜੀ ਰਾਹਤ ਲੋਕਾਂ ਨੂੰ ਆਉਣ ਵਾਲੇ ਲੰਮੇ ਸਮੇਂ ਵਿੱਚ ਮਿਲ ਸਕਦੀ ਹੋਵੇ। ਸੋ ਇਸ ਕਰਕੇ ਆਮ ਤੌਰ ਤੇ ਉਹਨਾਂ ਦਾ ਜ਼ਿਕਰ ਹੁੰਦਾ ਸੀ, ਇਸ਼ਾਰਾ ਹੁੰਦਾ ਸੀ ਕਿ ਸਾਧਨ ਕਿੱਥੋਂ ਆਉਣੇ ਨੇ। ਸੋ ਕਦੇ ਕਦਾਈ ਐਕਸਾਈਜ਼ ਦੀ ਗੱਲ ਕਰ ਦਿੱਤੀ, ਕਦੇ ਕਦਾਈ ਰੇਤੇ ਦੀ ਗੱਲ ਕਰ ਦਿੱਤੀ, ਕਦੇ ਕਦਾਈ ਟਰਾਂਸਪੋਰਟ ਦੀ ਗੱਲ ਕਰ ਦਿੱਤੀ। ਪਰ ਉੱਥੇ ਵੀ ਇੱਕ ਬਹੁਤ ਵੱਡੀ ਸਮੱਸਿਆ ਹੈਗੀ ਸੁਖਵਿੰਦਰ, ਇਹ ਕਹਿਣ ਨਾਲ ਨਹੀਂ ਗੱਲ ਬਣ ਜਾਣੀ ਕਿ ਜੀ ਐਕਸਾਈਜ਼ ਚੋਂ 30,000 ਕਰੋੜ ਆ ਸਕਦਾ ਹੈ, ਰੇਤੇ ਚੋਂ 2,000 ਕਰੋੜ ਆ ਸਕਦਾ ਹੈ। ਤੁਸੀਂ ਇੱਥੇ ਹੀ ਦੇਖ ਲਓ, ਨਵਜੋਤ ਸਿੰਘ ਸਿੱਧੂ ਤੇ ਜੇ ਅਸੀਂ ਜਿਹੜੇ ਉਹ ਪੰਜਾਬ ਦੇ ਵਿਦਵਾਨ ਜਿਹੜੇ ਇਹਨਾਂ ਚੀਜ਼ਾਂ ਬਾਰੇ ਲਿਖਦੇ ਰਹਿੰਦੇ ਨੇ, ਜਿਹੜੇ ਪੰਜਾਬ ਦੀ ਪਲਾਨਿੰਗ ਨਾਲ ਜੁੜੇ ਰਹੇ ਨੇ, ਜਿਹੜੇ ਪੰਜਾਬ ਦੇ ਫਾਈਨਾਂਸ ਕਮਿਸ਼ਨ ਨਾਲ ਜੁੜੇ ਰਹੇ ਨੇ, ਉਹਨਾਂ ਦੇ ਮੁਤਾਬਕ ਤਾਂ ਰੇਤੇ ਵਿੱਚੋਂ ਆਮਦਨ ਦਾ ਸਕੋਪ 2,000 ਕਰੋੜ ਹੈ। ਤੇ ਕੇਜਰੀਵਾਲ ਸਾਹਿਬ ਪਹਿਲਾਂ 10,000 ਕਰੋੜ ਕਹਿ ਗਏ, ਫਿਰ 20,000 ਕਰੋੜ ਕਹਿ ਗਏ ਜੀ। ਸੋ ਇਹ ਇੰਡੀਕੇਟ ਕਰਦਾ ਹੈ ਕਿ ਤੁਸੀਂ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ, ਤੁਸੀਂ ਕੋਈ ਹੋਮਵਰਕ ਨਹੀਂ ਕੀਤਾ, ਤੁਸੀਂ ਇਸ ਗੱਲ ਦਾ ਅਨੁਮਾਨ ਨਹੀਂ ਲਾਇਆ ਕਿ ਜੇ ਵਾਕਿਆ ਹੀ ਐਕਸਾਈਜ਼ ਵਿੱਚੋਂ 20-30,000 ਕਰੋੜ ਆ ਸਕਦਾ ਹੈ, ਉਹਦੀ ਰੂਪਰੇਖਾ ਕੀ ਹੋਏਗੀ। ਕੀ ਪੰਜਾਬ ਸਰਕਾਰ ਕਾਰਪੋਰੇਸ਼ਨ ਬਣਾ ਕੇ ਠੇਕਿਆਂ ਨੂੰ ਆਪਣੇ ਹੱਥ ਵਿੱਚ ਲਵੇਗੀ, ਜਾਂ ਜਿਵੇਂ ਤਾਮਿਲਨਾਡੂ ਵਿੱਚ ਦਾ ਇੱਕ ਮਾਡਲ ਹੈ, ਆਂਧਰਾ ਦਾ ਇੱਕ ਮਾਡਲ ਹੈ, ਤੇਲੰਗਾਨਾ ਦਾ ਮਾਡਲ ਹੈ, ਤੇ ਜੇ ਉਹ ਮਾਡਲ ਹੈ ਫਿਰ ਅੱਗੇ ਫਿਰ ਹੋਰ ਸਮੱਸਿਆਵਾਂ ਨੇ ਕਿ ਕੀ ਪੰਜਾਬ ਦੀ ਰਾਜਨੀਤਿਕ ਜਮਾਤ ਜਿਹਦੇ ਵਿੱਚ ਕਾਂਗਰਸ ਵੀ ਸ਼ਾਮਲ ਹੈ, ਜਿਹੜੀਆਂ ਪਾਰਟੀਆਂ ਦੇ ਅਮੀਰ ਬੰਦੇ ਸ਼ਰਾਬ, ਟਰਾਂਸਪੋਰਟ ਤੇ ਬਾਕੀ ਅਦਾਰਿਆਂ ਨੂੰ ਕੰਟਰੋਲ ਕਰਦੇ ਨੇ, ਕਿ ਉਹ ਪਾਰਟੀ ਦੇ ਅੰਦਰ ਇਸ ਕਿਸਮ ਦਾ ਫੈਸਲਾ ਕਰਵਾ ਲੈਣਗੇ ਕਿ ਜੀ ਆਉਣ ਵਾਲੇ ਸਾਲ ਤੋਂ ਪੰਜਾਬ ਦੀ ਸਰਕਾਰ ਕਾਰਪੋਰੇਸ਼ਨ ਬਣਾਏਗੀ, ਪ੍ਰਾਈਵੇਟ ਠੇਕੇ ਬੰਦ ਕਰੇਗੀ। ਸੋ ਇਹ ਸਾਰਾ ਕੁਝ ਤੇ ਕੀਤਾ ਨਹੀਂ, ਨਾ ਸਾਨੂੰ ਪਤਾ ਲੱਗਿਆ। ਸੋ ਗੱਲਾਂ ਹੋ ਰਹੀਆਂ ਨੇ। ਸੋ ਨਾ ਤਾਂ ਵਿਉਂਤਬੰਦੀ ਬਣੀ ਵੀ ਕਿੰਨਾ ਪੈਸਾ ਐਕਸਾਈਜ਼ ਚੋਂ ਆਉਣਾ, ਕਿਸ ਰੂਪ ਵਿੱਚ ਆਉਣਾ, ਕਿੰਨਾ ਆਉਣਾ ਤਾਂ ਚਲੋ ਕਹਿਤਾ, ਕਿਹੜੇ ਰੂਪ ਵਿੱਚ ਆਉਣਾ, ਕਾਰਪੋਰੇਸ਼ਨ ਬਣਾ ਕੇ ਆਏਗਾ, ਠੇਕੇ ਬੰਦ ਕਰਕੇ ਆਏਗਾ। ਸਿੱਧੂ ਸਾਹਿਬ ਦੇ ਵੱਲੋਂ ਉਹੀ ਗੱਲ ਕਹੀ ਜਾ ਰਹੀ ਹੈ। ਸਿੱਧੂ ਸਾਹਿਬ ਨੇ ਕਿਤੇ ਨਾ ਕਿਤੇ ਸਿੱਧੂ ਸਾਹਿਬ ਦੇ ਮਨ ਦੇ ਵਿੱਚ ਵੀ ਇਹ ਗੱਲ ਕਹੀ ਹੋਣੀ ਹੈ ਕਿ ਭਾਈ ਮੈਂ ਦੂਜਿਆਂ ਨੂੰ ਇਹ ਗੱਲ ਕਹਿੰਦਾ ਰਿਹਾ ਕਿ ਜਦੋਂ ਕੇਜਰੀਵਾਲ ਨੇ ਦਾਅਵੇ ਕੀਤੇ ਸੀ ਕਿ 2,000 ਰੁਪਇਆ ਦਊਂਗਾ, ਤਾਂ ਮੈਂ ਉਹਨਾਂ ਨੂੰ ਪੁੱਛਦਾ ਰਿਹਾ ਕਿ ਭਾਈ ਪੈਸਾ ਆਊਗਾ ਕਿੱਥੋਂ। ਤਾਂ ਹੁਣ ਲੋਕ ਮੇਰੇ ਤੇ ਵੀ ਸਵਾਲ ਚੁੱਕਣਗੇ। ਤਾਂ ਉਹਨਾਂ ਨੇ ਪਹਿਲਾਂ ਹੀ ਕਹਿਤਾ, ਕਹਿੰਦੇ ਕਿ ਮੈਂ ਇਹ ਪੈਸਾ ਮਾਫੀਆ ਦੀ ਜੇਬ ਚੋਂ ਕੱਢ ਕੇ ਲਿਆਉਂਗਾ। ਡਾਕਟਰ ਸਾਹਿਬ, ਤੁਹਾਨੂੰ ਲੱਗਦਾ ਹੈ ਕਿ ਜੋ ਸਿਸਟਮ, ਜੋ ਜੰਜਾਲ, ਜੋ ਜਾਲ ਜਿਹੜਾ ਬੁਣਿਆ ਗਿਆ ਪੰਜਾਬ ਦੇ ਅੰਦਰ ਮਾਫੀਆ ਦਾ ਜਾਂ ਕਿਸੇ ਵੀ ਚੀਜ਼ ਦਾ, ਉਹਨੂੰ ਤੋੜਨਾ ਐਡੀ ਛੇਤੀ ਸੌਖਾ ਹੈਗਾ? ਕਿ ਤੁਹਾਨੂੰ ਲੱਗਦਾ ਕਿ ਕੁਝ ਪ੍ਰਾਈਵੇਟ ਕੰਪਨੀਆਂ, ਪ੍ਰਾਈਵੇਟ ਬੰਦਿਆਂ ਦਾ ਇਹ ਸਿਰਫ ਔਰ ਸਿਰਫ ਮਾਫੀਆ ਹੈਗਾ, ਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਫਸਰਸ਼ਾਹੀ ਵੀ ਇਹਦੇ ਵਿੱਚ ਵੱਡੇ ਪੱਧਰ ਤੇ ਜੁੜੀ ਹੋਈ ਹੈ, ਜਿਹੜੀ ਕਿ ਨੇਤਾਵਾਂ ਨੂੰ ਜਾਂ ਤਾਂ ਆਪਣੇ ਨਾਲ ਮਿਲਾ ਲੈਂਦੀ ਆ, ਜੇ ਨਹੀਂ ਮਿਲਦੀ ਤਾਂ ਫਿਰ ਉਹਨਾਂ ਨੂੰ ਗੁੰਮਰਾਹ ਕਰ ਲੈਂਦੀ ਆ। ਤਾਂ ਲੱਗਦਾ ਇਹਨਾਂ ਨੂੰ ਇਹ ਆਸਾਨ ਲੱਗਦਾ ਕਿ ਸਰਕਾਰ ਬਣੀ ਤਾਂ ਠਾ ਕਰਕੇ ਮਾਫੀਆ ਦਾ ਜਾਲ ਤੋੜਤਾ। ਬਿਲਕੁਲ ਸੁਖਵਿੰਦਰ, ਤੁਸੀਂ ਬਹੁਤ ਮਹੱਤਵਪੂਰਨ ਪੁਆਇੰਟ ਰੇਜ਼ ਕਰ ਰਹੇ ਹੋ। ਇਨਫੈਕਟ ਮੈਂ ਇਹੀ ਗੱਲ ਕਹਿ ਰਿਹਾ ਸੀਗਾ ਕਿ ਜੇ ਤੁਸੀਂ ਪੰਜਾਬ ਵਿੱਚ ਐਕਸਾਈਜ਼ ਕਾਰਪੋਰੇਸ਼ਨ ਬਣਾਉਣੀ ਹੈ, ਮੇਰਾ ਸਵਾਲ ਇਹ ਸੀਗਾ ਕਿ ਜਿਹੜੀ ਪਾਰਟੀ ਨੂੰ ਤੁਸੀਂ ਬਿਲੋਂਗ ਕਰਦੇ ਹੋ, ਉਸ ਪਾਰਟੀ ਦੇ ਕਾਰਕੁਨ, ਪ੍ਰਭਾਵਸ਼ਾਲੀ ਨੇਤਾ ਜਿਹੜੇ ਇਸ ਕਿਸਮ ਦੇ ਬਿਜ਼ਨਸ ਵਿੱਚ ਸ਼ਾਮਲ ਨੇ, ਉਹ ਤੁਹਾਨੂੰ ਅਲਾਓ ਕਰਨਗੇ। ਜੇ ਤੁਹਾਨੂੰ ਯਾਦ ਹੋਵੇ, ਜਦੋਂ ਕੈਪਟਨ ਅਮਰਿੰਦਰ ਸਿੰਘ ਵੇਲੇ ਇਹ ਮਸਲਾ ਉਠਾਇਆ ਗਿਆ ਕਿ ਜੀ ਸਰਕਾਰ ਦਾ ਟਾਰਗੇਟ ਸੀਗਾ 6600 ਕਰੋੜ ਐਕਸਾਈਜ਼ ਵਿੱਚੋਂ ਪੈਸਾ ਕਮਾਉਣ ਦਾ, ਕਮਾਇਆ ਗਿਆ 5600 ਕਰੋੜ। ਇਹ ਪ੍ਰੋਜੈਕਟਿਵ ਇਨਕਮ ਤੋਂ ਘੱਟ ਕਿਉਂ ਹੋਈ ਹੈ? ਫਿਰ ਉੱਥੇ ਗੱਲਾਂ ਚੱਲੀਆਂ। ਉਸ ਵੇਲੇ ਦੇ
ਚੀਫ ਸੈਕਟਰੀ ਨੇ ਇਹ ਪੁਆਇੰਟ ਆਊਟ ਕੀਤਾ ਕਿ ਤੁਹਾਡੇ ਬੰਦੇ ਸ਼ਰਾਬ ਦਾ ਧੰਦਾ ਕਰਦੇ ਨੇ, ਉਹ ਚੋਰੀ ਕਰਦੇ ਨੇ, ਜਿਸ ਕਰਕੇ ਬਾਅਦ ਵਿੱਚ ਚੀਫ ਸੈਕਟਰੀ ਨੂੰ ਲਾਇਆ ਗਿਆ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ, ਜੇ ਸਰਕਾਰ ਦੇ ਕਾਰਕੁਨ ਇਹ ਸੁਣਨ ਨੂੰ ਤਿਆਰ ਨਹੀਂ ਕਿ ਜੀ ਐਕਸਾਈਜ਼ ਦੀ ਚੋਰੀ ਹੁੰਦੀ ਹੈ, ਫਿਰ ਸੁਖਵਿੰਦਰ ਮੈਨੂੰ ਦੱਸ ਦਿਓ ਨਾ, ਇੱਥੇ ਕਿੱਡਾ ਕੁ ਸਕੋਪ ਹੈਗਾ ਕਿ ਕੱਲ੍ਹ ਨੂੰ ਕਾਰਪੋਰੇਸ਼ਨ ਬਣ ਕੇ ਸਰਕਾਰ ਠੇਕੇ ਚਲਾਏਗੀ, ਸੂਬੇ ਦੀ ਆਮਦਨ ਵਧੇਗੀ। ਤਾਂ ਇਹੀ ਤਾਂ ਮੈਂ ਕਹਿ ਰਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਰਾਜਨੀਤਿਕ ਕੱਦ ਜਦੋਂ ਏਡਾ ਵੱਡਾ ਹੋ ਗਿਆ ਕਿ ਪਾਰਟੀ ਦੇ ਅੰਦਰ ਜਿਹੜੇ ਕਾਰਟਲਸ ਬਣੇ ਨੇ ਜੀ, ਜਿਹੜੇ ਬਿਜ਼ਨਸ ਕੰਟਰੋਲ ਕਰਦੇ ਨੇ, ਜਿਹਦੇ 'ਚ ਬਿਊਰੋਕ੍ਰੇਸੀ ਸ਼ਾਮਲ ਹੈ, ਉਸ ਸਿਸਟਮ ਨੂੰ ਤੋੜ ਕੇ ਜਿਹੜੀ ਗੱਲ ਹੁਣ ਤੇ ਉਹ ਗੱਲ ਹੀ ਨਹੀਂ ਸਾਨੂੰ ਸੁਣਨ 'ਚ ਮਿਲੀ ਕਿ ਜਿਹੜੀ ਆਮਦਨ ਸਰਕਾਰ ਦੀ ਆਮਦਨ ਲੋਕਾਂ ਦੀਆਂ ਚੁਣੇ ਹੋਏ ਲੋਕਾਂ ਦੀਆਂ ਜੇਬਾਂ ਵਿੱਚ ਜਾ ਰਹੀ ਹੈ, ਜੇ ਉਹ ਆਮਦਨ ਵਾਪਸ ਸਰਕਾਰ ਕੋਲ ਆ ਜਾਵੇ ਫਿਰ ਸੂਬੇ ਦੀ ਆਰਥਿਕ ਹਾਲਤ ਸੁਧਰ ਸਕਦੀ ਹੈ। ਸੋ ਉਸ ਆਮਦਨ ਨੂੰ ਵਾਪਸ ਲਿਆਉਣ ਲਈ ਕਿਹੜੀ ਵਿਉਂਤਬੰਦੀ ਪਾਰਟੀ ਦੇ ਅੰਦਰ ਬਣੀ ਹੈ, ਜਿਹੜੀ ਕੱਲ੍ਹ ਨੂੰ ਮੈਨੀਫੈਸਟੋ ਦਾ ਹਿੱਸਾ ਬਣੇਗੀ, ਸਾਨੂੰ ਇਸ ਗੱਲ ਦਾ ਕੋਈ ਨਹੀਂ ਪਤਾ। ਸੋ ਪਾਰਟੀ ਦੇ ਅੰਦਰ ਮੈਂ ਸਿੰਪਲ ਸ਼ਬਦਾਂ ਦੇ ਵਿੱਚ ਤੁਹਾਨੂੰ ਪੁੱਛਣਾ ਚਾਹੂੰਗਾ, ਤੁਹਾਡੀ ਸੋਚ ਦੇ ਮੁਤਾਬਕ, ਤੁਹਾਡਾ ਬੜਾ ਲੰਬਾ ਤਜਰਬਾ, ਤੁਸੀਂ ਹਰ ਚੀਜ਼ ਨੂੰ ਬੜੇ ਬਰੀਕੀ ਦੇ ਨਾਲ ਸਮਝਦੇ ਵੀ ਹੋ, ਇਹ ਜਿਹੜੇ ਐਲਾਨ ਹੋਏ ਆ, ਚਾਹੇ ਸਿੱਧੂ ਸਾਹਿਬ ਦੇ ਵੱਲੋਂ ਹੋਏ ਆ, ਚਾਹੇ ਕੇਜਰੀਵਾਲ ਸਾਹਿਬ ਦੇ ਵੱਲੋਂ ਹੋਏ ਆ, ਚਾਹੇ ਸੁਖਬੀਰ ਜੀ ਵੱਲੋਂ ਹੋਏ ਆ, ਤਾਂ ਕੀ ਲੱਗਦਾ ਹੈ ਇਸ ਚੀਜ਼ ਨੂੰ ਲੋਕ ਲੈਣ ਕਿਵੇਂ? ਇਸ ਚੀਜ਼ ਨੂੰ ਲੋਕ ਇਸ ਤਰੀਕੇ ਨਾਲ ਲੈਣ ਕਿ ਭਾਈ ਹਾਂ, ਜੇ ਸੁਖਬੀਰ ਨੇ ਗੱਲ ਇਹ ਕਹਿਤੀ ਤਾਂ ਵਾਕਈ ਇਹ ਪੂਰੀ ਕਰ ਦੂਗਾ, ਜੇ ਨਵਜੋਤ ਨੇ ਗੱਲ ਕਹਿਤੀ, ਜੇ ਵਾਅਦੇ ਕੀਤੇ ਤਾਂ ਵਾਕਈ ਪੂਰੀ ਕਰ ਦੂਗਾ, ਜੇ ਕੇਜਰੀਵਾਲ ਨੇ ਕਹਿਤੀ ਤਾਂ ਵਾਕਈ ਪੂਰੀ ਕਰ ਦੂਗਾ, ਇਸ ਤਰੀਕੇ ਦੇ ਨਾਲ ਲੈਣ, ਜਾਂ ਫਿਰ ਇਸ ਤਰੀਕੇ ਦੇ ਨਾਲ ਲੈਣ ਕਿ ਭਾਈ ਵਾਕਈ ਹੀ ਜਿਸ ਤਰੀਕੇ ਦੇ ਨਾਲ ਆਪਾਂ ਦੱਸ ਰਹੇ ਹਾਂ ਕਿ ਪੰਜਾਬ ਦੇ ਵਿੱਤੀ ਹਾਲਾਤ ਐਸੇ ਨਹੀਂ ਹੈਗੇ, ਇਹ ਚੀਜ਼ਾਂ ਨਹੀਂ ਹੋ ਸਕਦੀਆਂ, ਇਹ ਵਾਅਦੇ ਜਿਹੜੇ ਆ ਇਹ ਮੋਦੀ ਦੀ ਤਰ੍ਹਾਂ ਜੁਮਲੇਬਾਜ਼ੀਆਂ ਨੇ, ਕਿਸ ਤਰੀਕੇ ਦੇ ਨਾਲ ਲੈਣਾ ਚਾਹੀਦਾ ਲੋਕਾਂ ਨੂੰ? ਨਹੀਂ, ਲੋਕਾਂ ਨੂੰ ਜਿੰਨੀ ਦੇਰ ਤੱਕ ਇਹ ਨਜ਼ਰ ਨਹੀਂ ਆਏਗਾ ਕਿ ਜਿਹੜੇ ਵਾਅਦੇ ਪਾਰਟੀਆਂ ਕਰ ਰਹੀਆਂ ਨੇ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਦੇ ਸਾਧਨ ਕਿੱਥੋਂ ਆਉਣੇ ਨੇ, ਜਿੰਨੀ ਦੇਰ ਤੱਕ ਇਸ ਗੱਲ ਦਾ ਸੌਲਿਡ ਜਵਾਬ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲੇਗਾ, ਉਨੀ ਦੇਰ ਤੱਕ ਪੰਜਾਬ ਦੇ ਲੋਕਾਂ ਲਈ ਇਸ ਗੱਲ ਨੂੰ ਤੇ ਯਕੀਨ ਕਰਨਾ ਔਖਾ ਹੋ ਜਾਏਗਾ। ਤੁਸੀਂ ਮੈਨੂੰ ਇਹ ਦੱਸੋ, ਇਹ ਗੱਲ ਆਪਾਂ ਇੱਕ ਅੱਧੀ ਵਾਰ ਪਹਿਲਾਂ ਕੀਤੀ ਹੈ ਵੀ ਜਿਹੜਾ ਸੂਬੇ ਦਾ ਆਰਥਿਕ ਸੰਕਟ ਹੈ ਉਹ ਲਗਾਤਾਰ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਗਵਰਨਰੀ ਰਾਜ ਤੋਂ ਬਾਅਦ 6 ਸਰਕਾਰਾਂ ਪੰਜਾਬ ਵਿੱਚ ਬਣੀਆਂ, 3 ਅਕਾਲੀਆਂ ਦੀਆਂ, 3 ਕਾਂਗਰਸ ਦੀਆਂ, ਕਿਸੇ ਵੀ ਸਰਕਾਰ ਨੇ ਪੰਜਾਬ ਦੇ ਆਰਥਿਕ ਸੰਕਟ ਨੂੰ ਠੱਲ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਸੂਬੇ ਦੀ ਆਮਦਨ ਵਧਾਉਣ ਦੀ ਕੋਸ਼ਿਸ਼ ਕੀਤੀ। ਸੋ ਜੇ 6 ਸਰਕਾਰਾਂ ਲਗਾਤਾਰ ਇਸ ਮੁੱਦੇ ਤੇ ਫੇਲ ਹੋਈਆਂ ਨੇ, ਫਿਰ ਅੱਜ ਕੋਈ ਇੱਕ ਵਿਅਕਤੀ ਵਿਸ਼ੇਸ਼ ਨਵਜੋਤ ਸਿੰਘ ਸਿੱਧੂ ਵਰਗਾ ਇਹ ਕਹਿੰਦਾ ਕਿ ਨਹੀਂ ਮੈਂ ਕਰਾਂਗਾ, ਫਿਰ ਦੱਸੇ ਤਾਂ ਸਹੀ ਕਿ ਕਿਵੇਂ ਕਰੇਗਾ। ਅਦਰਵਾਈਜ਼ ਜਿਵੇਂ ਬਾਕੀ ਜਿਹੜੀਆਂ ਕੀ ਇਸ ਸਵਾਲ ਦੇ ਨਾਲ ਸੰਤੁਸ਼ਟ ਹੋ ਜਾਣਾ ਚਾਹੀਦਾ ਡਾਕਟਰ ਸਾਹਿਬ? ਜਿਵੇਂ ਤੁਸੀਂ ਨਵਜੋਤ ਨੂੰ ਪੁੱਛਿਆ ਕਿ ਦੱਸ ਤੇ ਸਹੀ ਭਾਈ ਕਿਵੇਂ ਕਰੇਗਾ, ਨਵਜੋਤ ਦਾ ਅੱਗੋਂ ਜਵਾਬ ਇਹ ਹੈ, ਆਪਾਂ ਰੈਲੀ ਦੇ ਵਿੱਚ ਦੇਖਿਆ ਕਿ ਮੈਂ ਇਹ ਮਾਫੀਆ ਦੀ ਜੇਬ ਚੋਂ ਕੱਢ ਕੇ ਲਿਆਵਾਂਗਾ, ਕਿ ਤੁਸੀਂ ਇਸ ਜਵਾਬ ਦੇ ਨਾਲ ਸੰਤੁਸ਼ਟ ਹੋ? ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਕਿ ਇਹ ਗੱਲ ਸਟੇਜ ਤੋਂ ਕਹਿਣੀ ਹੋਰ ਹੈ, ਇੱਕ ਪਾਲਿਸੀ ਬਣਾ ਕੇ ਉਸ ਪਾਲਿਸੀ ਨੂੰ ਪਰਸਿਊ ਕਰਨ ਦਾ ਮੀਨਿੰਗ ਹੋਰ ਹੈ। ਤੁਸੀਂ ਬੜੀ ਵਾਰ ਸੂਬੇ ਦੇ ਖਜ਼ਾਨਾ ਮੰਤਰੀ ਤੋਂ ਇਹ ਗੱਲ ਸੁਣੀ ਹੋਣੀ ਹੈ ਕਿ ਅਕਾਲੀ ਦਲ ਬੀਜੇਪੀ ਸਰਕਾਰ ਤੋਂ ਬਾਅਦ ਜਦੋਂ ਕਾਂਗਰਸੀ ਸਰਕਾਰ ਬਣੀ ਹੈ ਨਾ, ਸਰਕਾਰ ਉਹਦਾ ਅਕਾਲੀ ਬੀਜੇਪੀ ਦੀ ਸਰਕਾਰ ਦੇ ਅਹੁਦਾ ਛੱਡਣ ਤੋਂ ਕੁਝ ਦਿਨ ਪਹਿਲਾਂ 31,000 ਕਰੋੜ ਦਾ ਕਰਜ਼ਾ ਪੰਜਾਬ ਸਿਰ ਚੜ ਗਿਆ। ਤੇ ਮੈਂ ਸੂਬੇ ਦੇ ਖਜ਼ਾਨਾ ਮੰਤਰੀ ਨੂੰ ਇਸ ਗੱਲ ਦੇ ਉੱਤੇ ਕਈ ਵਾਰ ਕਮੈਂਟ ਕਰਦੇ ਸੁਣਿਆ ਕਿ ਜੇ 31,000 ਕਰੋੜ ਦਾ ਕਰਜ਼ਾ ਪੰਜਾਬ ਤੇ ਨਾ ਚੜਦਾ, ਪੰਜਾਬ ਨੇ ਕਿੱਥੇ ਜਾਣਾ ਸੀ। ਤੇ ਸਾਨੂੰ ਕਦੇ ਕਿਸੇ ਨੇ ਦੱਸਿਆ ਨਾ ਬੇਸਿਕਲੀ ਕੀ ਹੈ ਸੁਰਿੰਦਰ, ਉਹ ਜਿਹੜੀ ਕੇਂਦਰ ਦਾ ਪੈਸਾ ਫਸਲਾਂ ਦੀ ਪਰਚੇਜ ਲਈ ਸੂਬੇ 'ਚ ਆਉਂਦਾ, ਜਿਹਨੂੰ ਆਪਾਂ CCL ਦੀ ਲਿਮਿਟ ਕਹਿੰਦੇ ਆ, ਉਹ ਤੇ ਜੋ ਸੂਬੇ ਦਾ ਫਸਲਾਂ ਦਾ ਸਟਾਕ ਸੀ ਉਹਦਾ ਜਿਹੜਾ ਫਰਕ ਸੀ ਉਹੀ ਕਰਜ਼ਾ ਬਣਿਆ ਨਾ। ਉਹਦੇ ਲਈ ਕਿਹੜੀ ਪਾਰਟੀ ਜ਼ਿੰਮੇਵਾਰ ਸੀ? ਉਹਦੇ 'ਚ ਕਿਹੜੀ ਨੌਕਰਸ਼ਾਹੀ ਜ਼ਿੰਮੇਵਾਰ ਸੀ? ਜੇ ਪਾਰਟੀ ਸਰਕਾਰ ਜ਼ਿੰਮੇਵਾਰ ਸੀ, ਕਿਹੜੀ ਸਰਕਾਰ ਜ਼ਿੰਮੇਵਾਰ ਸੀ? ਕਿਹੜੇ ਬਿਊਰੋਕਰੇਟ ਜ਼ਿੰਮੇਵਾਰ ਸੀ? ਕਿਸੇ ਨੇ ਦੱਸਿਆ? ਸੋ ਸਿਸਟਮ ਵਿੱਚ ਤਾਂ ਇਹਨਾਂ ਕੰਮਾਂ ਨੂੰ ਲੁਕਾਉਣ ਦੀ ਬਹੁਤ ਵੱਡੀ ਕਪੈਸਿਟੀ ਹੈ। ਇਸੇ ਕਰਕੇ ਸਾਨੂੰ ਤਾਂ ਮਾੜੀ ਮੋਟੀ ਆਸ ਬਣੀ ਸੀਗੀ ਕਿ ਕਿਸਾਨ ਜਥੇਬੰਦੀਆਂ ਇੱਕ ਪ੍ਰੈਸ਼ਰ ਗਰੁੱਪ ਬਣਾ ਕੇ ਪੰਜਾਬ ਦੀ ਗਵਰਨੈਂਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਗੀਆਂ। ਉਹ ਵੀ
ਇੱਕ ਹੋਰ ਪਾਰਟੀ ਬਣ ਜਾ ਰਹੇ ਨੇ। ਸੋ ਇਸ ਕਰਕੇ ਜਿਹੜੀ ਪੈਸਾ ਕੱਢਣ ਦੀ ਗੱਲ ਹੈ ਨਾ, ਪੈਸਾ ਕੱਢਣ ਦੀ ਗੱਲ ਛੱਡੋ ਤੁਸੀਂ, ਪੈਸਾ ਜਿਹੜੇ ਵੈਸਟਡ ਇੰਟਰਸਟ ਨੇ, ਜਿਹੜਾ ਵੈਸਟਡ ਇੰਟਰਸਟ ਜਿਹਨੂੰ ਆਪਾਂ ਇਜਾਰੇਦਾਰੀ ਕਹਿੰਦੇ ਆ, ਮੋਨੋਪੋਲੀ ਕਹਿੰਦੇ ਆ, ਜਿਹੜੀ ਉਹਨਾਂ ਦੀ ਬਿਊਰੋਕ੍ਰੇਸੀ ਨਾਲ ਸਾਂਝ ਹੈ, ਉਸ ਨੈਕਸਸ ਨੂੰ ਤੋੜਨ ਲਈ ਬਹੁਤ ਵੱਡੀ ਪੋਲੀਟੀਕਲ ਵਿਲ ਚਾਹੀਦੀ ਹੈ, ਜਿਹੜੀ ਕਦੇ ਕਦਾਈ ਸਾਨੂੰ ਲੱਗਦੀ ਸੀ ਕਿ ਨਵਜੋਤ ਸਿੰਘ ਸਿੱਧੂ 'ਚ ਹੈਗੀ ਆ। ਪਰੰਤੂ ਇੱਕ ਗੱਲ ਆਪਾਂ ਜੇ ਹੋਰ ਨਹੀਂ ਕੀਤੀ, ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ, ਉਹ ਕਹਿੰਦੇ ਨੇ ਕਿ ਜੀ 40,000 ਕਰੋੜ, ਇਦਾਂ ਦੀ ਗੱਲ ਵੀ ਕੀਤੀ ਸੀ ਆ ਜਿਹੜੇ ਸਾਰੀਆਂ ਅਨਾਉਂਸਮੈਂਟਸ ਕਰਨ ਤੋਂ ਬਾਅਦ, ਕਿ 40,000 ਕਰੋੜ 35-40,000 ਕਰੋੜ ਸੂਬੇ ਦੀ ਇਨਕਮ ਵੱਧ ਸਕਦੀ ਹੈ। ਜਿਹੜੇ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਦੇ ਚੇਅਰਮੈਨ ਨੇ ਉਹ ਪ੍ਰਤਾਪ ਸਿੰਘ ਬਾਜਵਾ ਨੇ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਬਾਅਦ ਤੋਂ ਲੋਕਾਂ ਦੇ ਸੁਝਾਅ ਮੰਗੇ। ਉਹ ਕਿਹੜੇ ਸੁਝਾਅ ਨੇ, ਕਿਸੇ ਨੇ ਕੀ ਦਿੱਤੇ, ਇਲੈਕਸ਼ਨ ਮੈਨੀਫੈਸਟੋ ਕਮੇਟੀ ਕੀ ਸੋਚਦੀ ਹੈ, ਇਲੈਕਸ਼ਨ ਰਿਪੋਰਟਾਂ ਡਾਕਟਰ ਸਾਹਿਬ ਇਹ ਨੇ ਕਿ ਉਹਨਾਂ ਨਾਲ ਕੋਈ ਮੀਟਿੰਗ ਕਰਨ ਨਹੀਂ ਪਹੁੰਚਿਆ। ਰਿਪੋਰਟਾਂ ਅੱਜ ਇਹ ਵੀ ਕੁਝ ਅਖਬਾਰਾਂ ਦੇ ਵਿੱਚ ਲੱਗੀਆਂ ਹੋਈਆਂ ਸੀ ਕਿ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਕੋਈ ਮੀਟਿੰਗ ਕਰਨ ਨਹੀਂ ਪਹੁੰਚਿਆ। ਨਾਲੇ ਦੂਜੀ ਪਾਸੇ ਗੱਲ, ਜਿਹੜਾ ਮੁੱਦਾ ਤੁਸੀਂ ਚੱਕ ਰਹੇ ਹੋ ਡਾਕਟਰ ਸਾਹਿਬ, ਬਿਲਕੁਲ ਸਹੀ ਹੈ। ਇਹ ਜਿਹੜੀਆਂ ਨਵਜੋਤ ਸਿੰਘ ਸਿੱਧੂ ਚੀਜ਼ਾਂ ਐਲਾਨ ਕਰ ਰਹੇ ਨੇ, ਇਹ ਚੋਣ ਮੈਨੀਫੈਸਟੋ ਦੇ ਵਿੱਚ ਹੋਣੀਆਂ ਚਾਹੀਦੀਆਂ ਸੀ। ਔਰ ਨਵਜੋਤ ਇਹ ਵਾਅਦੇ ਕਰ ਰਹੇ ਨੇ ਕਿ ਭਾਈ ਇਹ ਚੀਜ਼ਾਂ ਸਰਕਾਰ ਆਉਣ ਤੋਂ ਬਾਅਦ ਦਿੱਤੀਆਂ ਜਾਣਗੀਆਂ। ਸਰਕਾਰ ਤੇ ਅੱਜ ਵੀ ਤੁਹਾਡੀ ਹੈ, ਚਲੋ ਠੀਕ ਹੈ, ਮੰਨ ਲੈਂਦੇ ਹਾਂ ਕਿ ਸਰਕਾਰ ਆਉਣ ਤੋਂ ਅਗਲੀ ਵਾਰ ਦਿੱਤੀਆਂ ਜਾਣਗੀਆਂ। ਇਹ ਦੱਸਣਾ ਚਾਹੀਦਾ ਹੈ ਕਿ ਨਵਜੋਤ ਦੇ ਇਹ ਆਪਣਾ ਪਰਸਨਲ ਏਜੰਡਾ ਹੈਗਾ, ਪੰਜਾਬ ਮਾਡਲ ਜਿਹੜਾ ਪੰਜਾਬ ਦੇ ਲਈ ਉਹਨਾਂ ਦਾ ਪਰਸਨਲ ਹੈ, ਜਾਂ ਫਿਰ ਪਾਰਟੀ ਦਾ। ਜੇ ਪਾਰਟੀ ਦਾ ਹੈ ਤਾਂ ਫਿਰ ਮੈਨੀਫੈਸਟੋ ਦੇ ਵਿੱਚ ਹੋਣਾ ਚਾਹੀਦਾ ਸੀ, ਤੇ ਜੇ ਮੈਨੀਫੈਸਟੋ ਦੇ ਵਿੱਚ ਨਹੀਂ ਤਾਂ ਲੱਗ ਰਿਹਾ ਕਿ ਨਵਜੋਤ ਸਿੱਧੂ ਦਾ ਆਪਣਾ ਪਰਸਨਲ ਹੈਗਾ। ਨਹੀਂ, ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹਦੇ ਤੋਂ ਇਲਾਵਾ ਇਹ ਤੇ ਹੋਰ ਵੀ ਬੜੀਆਂ ਗੱਲਾਂ। ਪਹਿਲੀ ਚੀਜ਼, ਜੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਇਹ ਸੋਚ ਹੈਗੀ ਆ, ਇਹ ਇਲੈਕਸ਼ਨ ਮੈਨੀਫੈਸਟੋ ਦਾ ਹਿੱਸਾ ਨਹੀਂ ਬਣਦੀ, ਤੇ ਫਿਰ ਕੱਲ੍ਹ ਨੂੰ ਨਵਜੋਤ ਸਿੰਘ ਸਿੱਧੂ ਦੀ ਕੀ ਰਹੇਗੀ ਹੈ ਜੀ। ਜਾਂ ਸਾਨੂੰ ਇਲੈਕਸ਼ਨ ਮੈਨੀਫੈਸਟੋ ਅਜੇ ਬਣਿਆ ਨਹੀਂ, ਇਸ ਗੱਲ ਦਾ ਸਾਨੂੰ ਕੋਈ ਨਹੀਂ ਪਤਾ ਕਿ ਜਿਹੜੀਆਂ ਗੱਲਾਂ ਨਵਜੋਤ ਸਿੰਘ ਸਿੱਧੂ ਸਮੇਂ-ਸਮੇਂ ਸਿਰ ਰੇਜ਼ ਕਰ ਰਹੇ ਨੇ, ਉਹ ਇਲੈਕਸ਼ਨ ਮੈਨੀਫੈਸਟੋ ਦਾ ਹਿੱਸਾ ਬਣ ਗਈਆਂ ਜਾਂ ਨਹੀਂ, ਸਾਨੂੰ ਨਹੀਂ ਪਤਾ। ਇੱਕ ਚੀਜ਼। ਦੂਜੀ ਚੀਜ਼, ਜਿਹੜੀ ਚੀਜ਼ ਨਵਜੋਤ ਸਿੰਘ ਸਿੱਧੂ ਇਲੈਕਸ਼ਨ ਮੈਨੀਫੈਸਟੋ ਦਾ ਹਿੱਸਾ ਬਣਾਉਣਾ ਚਾਹੁੰਦਾ ਹੈ, ਉਹਦੀ ਵਿਰੋਧਤਾ ਪਾਰਟੀ ਦੇ ਅੰਦਰ ਕਿੰਨੀ ਹੈ। ਜਦੋਂ ਤੁਸੀਂ ਕੋਈ ਪਾਲਿਸੀ ਬਣਾਉਂਦੇ ਹੋ ਨਾ, ਉਹ ਪਾਲਿਸੀ ਦਾ ਮਤਲਬ ਪਤਾ ਕੀ ਹੁੰਦਾ, ਉਹ ਪਾਲਿਸੀ ਕਿਸੇ ਨੂੰ ਕੋਈ ਫਾਇਦਾ ਦੇ ਰਹੀ ਹੈ, ਕਿਸੇ ਤੋਂ ਕੋਈ ਚੀਜ਼ ਵਿਡਰਾ ਕਰਦੀ ਹੈ। ਜਿਹੜੇ ਪ੍ਰਭਾਵਸ਼ਾਲੀ ਵਿਅਕਤੀ ਤੋਂ ਤੁਸੀਂ ਕੋਈ ਚੀਜ਼ ਵਿਡਰਾ ਕਰਨ ਜਾ ਰਹੇ ਹੋ, ਜੇ ਉਦਾਹਰਨ ਦੇ ਤੌਰ ਤੇ ਜਿਹੜੇ ਵੱਡੇ ਘਰਾਣਿਆਂ ਦੇ ਲੋਕ ਪੰਜਾਬ ਦੇ ਸ਼ਰਾਬ ਦੇ ਠੇਕੇ ਲੈ ਕੇ ਬੈਠੇ ਨੇ, ਜਦੋਂ ਤੁਸੀਂ ਉਹਨਾਂ ਨੂੰ ਕੱਲ੍ਹ ਨੂੰ ਡੀਥਰੋਨ ਕਰਨ ਵਾਲੇ ਪਾਸੇ ਤੁਰੇ, ਪਾਰਟੀ ਦੇ ਅੰਦਰ ਦੀ ਵਿਰੋਧਤਾ ਨਹੀਂ ਹੋਏਗੀ। ਤੁਸੀਂ ਐਡੀ ਵੱਡੀ ਰਾਜਨੀਤਿਕ ਵਿਲ ਰੱਖਦੇ ਹੋ, ਏਡਾ ਵੱਡਾ ਤੁਹਾਡਾ ਰਿਜ਼ੋਲਵ ਹੈਗਾ ਕਿ ਪਾਰਟੀ ਦੇ ਅੰਦਰ ਤੁਸੀਂ ਇਸ ਕਿਸਮ ਦਾ ਇਨਕਲਾਬੀ ਫੈਸਲਾ ਕਰਵਾ ਦੇਗੇ, ਸਾਨੂੰ ਤਾਂ ਨਜ਼ਰ ਨਹੀਂ ਆਉਂਦਾ ਹੈ ਜੀ। ਅੱਛਾ, ਸੋ ਆਮ ਤੌਰ ਤੇ ਇਹ ਦੇਖਿਆ ਗਿਆ ਸੁਖਵਿੰਦਰ ਕਿ ਇਲੈਕਸ਼ਨ ਮੈਨੀਫੈਸਟੋ ਵਿੱਚ ਹਰ ਪਾਰਟੀ ਨੇ ਵਾਅਦੇ ਕਰਨੇ ਹੁੰਦੇ ਨੇ। ਬੜੀ ਰੇਅਰਲੀ, ਮੈਨੂੰ ਤਾਂ ਯਾਦ ਨਹੀਂ, ਰਾਦਰ ਰੇਅਰਲੀ ਕਿਉਂ, ਮੈਨੂੰ ਨਹੀਂ ਯਾਦ ਕਦੇ ਕਿਸੇ ਪਾਰਟੀ ਨੇ ਨਾਲ ਇੱਕ ਐਲੈਬੋਰੇਟ ਸਕੀਮ ਦਿੱਤੀ ਹੋਵੇ ਕਿ ਇਹਨਾਂ ਸਕੀਮਾਂ ਲਈ ਪੈਸਾ ਇੱਥੋਂ ਆਏਗਾ ਹੈ ਜੀ। ਸੋ ਇਸ ਕਰਕੇ ਇਸ ਇਲੈਕਸ਼ਨ ਮੈਨੀਫੈਸਟੋ ਵਿੱਚ ਪੰਜਾਬ ਦੇ ਸਾਧਨ ਵਧਾਉਣ ਲਈ ਕੋਈ ਉਪਰਾਲਾ ਹੋਣ ਜਾ ਰਿਹਾ, ਉਹ ਕੀ ਹੈ? ਇਹ ਗੱਲ ਤਾਂ ਹੀ ਅੱਗੇ ਤੁਰੇਗੀ ਜੇ ਨਵਜੋਤ ਸਿੰਘ ਸਿੱਧੂ ਇੱਕ ਹੋਰ ਪਾਸੇ ਮੈਂ ਆ ਰਿਹਾ, ਜਿਵੇਂ ਆਪਾਂ ਇਸੇ ਗੱਲ ਨੂੰ ਮੈਂ ਅੱਗੇ ਵਧਾਉਣ ਲੱਗਿਆ। ਠੀਕ ਹੈ, ਜੇ ਨਵਜੋਤ ਦਾ ਇਹ ਪਰਸਨਲ ਏਜੰਡਾ ਹੈਗਾ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜੇ ਇਹਨਾਂ ਨੂੰ ਨਾ ਪਰਸਨਲ, ਮੈਂ ਇਸ ਕਰਕੇ ਕਹਿ ਰਿਹਾ ਕਿ ਨਵਜੋਤ ਦਾ ਖੁਦ ਦਾ ਬਣਾਇਆ ਹੋਇਆ, ਬੇਸ਼ੱਕ ਪੰਜਾਬ ਦੇ ਲੋਕਾਂ ਲਈ ਹੋਵੇ, ਪਰ ਨਵਜੋਤ ਦਾ ਆਪਣਾ ਬਣਾਇਆ ਹੋਇਆ। ਪਰਸਨਲ ਮੈਂ ਇਸ ਲਈ ਕਹਿ ਰਿਹਾ, ਪਾਰਟੀ ਦਾ ਨਹੀਂ। ਤੁਸੀਂ ਪਰਸਨਲ ਨਾ ਕਹੋ, ਤੁਸੀਂ ਕਹੋ ਜੀ ਪਾਰਟੀ ਪ੍ਰਧਾਨ ਦਾ ਏਜੰਡਾ। ਹਾਂ, ਪਾਰਟੀ ਪ੍ਰਧਾਨ ਦਾ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜੇ ਵਾਕਈ ਨਵਜੋਤ ਨੇ ਇਹ ਚੀਜ਼ਾਂ ਕਰਤੀਆਂ, ਮੰਨ ਲਓ ਇਹ ਐਲਾਨ ਕਰ ਦਿੱਤੇ ਨੇ, ਤਾਂ ਲੋਕ ਨਵਜੋਤ ਸਿੰਘ ਸਿੱਧੂ ਦੀ ਗੱਲ ਸੁਣ ਕੇ ਵੋਟਾਂ ਪਾ ਦਿੰਦੇ ਨੇ, ਤਾਂ ਬਾਅਦ 'ਚ ਪਾਰਟੀ ਕਹਿ ਦੇਵੇ ਸਰਕਾਰ ਬਣਨ ਤੋਂ ਬਾਅਦ ਕਿ ਭਾਈ ਅਸੀਂ ਤਾਂ ਇਹ ਚੀਜ਼ਾਂ ਐਲਾਨ ਹੀ ਨਹੀਂ ਕੀਤੀਆਂ, ਇਹ ਪਾਰਟੀ ਦੀਆਂ ਨਹੀਂ ਸੀ ਐਲਾਨ, ਇਹ ਸਿਰਫ ਇੱਕ ਬੰਦੇ ਦੀਆਂ ਸੀ ਇਹ ਚੀਜ਼ਾਂ। ਕਿਉਂਕਿ ਆਪਾਂ ਮੁੱਕਰਦਿਆਂ ਦੇਰ ਨਹੀਂ ਲੱਗਦੀ ਇੱਥੇ, ਪਾਰਟੀਆਂ ਨੂੰ, ਸਰਕਾਰਾਂ ਨੂੰ, ਲੀਡਰਾਂ ਨੂੰ ਆਪਾਂ ਦੇਖਿਆ ਹੀ ਹੈ। ਤਾਂ ਨਵਜੋਤ ਸਿੰਘ ਸਿੱਧੂ ਅਸਤੀਫਾ ਦੇ ਕੇ ਘਰੇ ਬਹਿ ਜਾਣਗੇ ਤਾਂ ਫਿਰ ਲੋਕ ਤਾਂ ਫਿਰ 5 ਸਾਲਾਂ ਲਈ ਠੱਗੇ ਗਏ ਨਾ ਡਾਕਟਰ ਸਾਹਿਬ। ਬਿਲਕੁਲ ਸਹੀ ਕਹਿ ਰਹੇ ਹੋ। ਇਹ ਗੱਲ ਮੈਂ ਸ਼ੁਰੂ 'ਚ ਰੇਜ਼ ਕੀਤੀ ਸੀ ਕਿ ਇੱਕ ਕੋਈ ਵੱਡੀ ਗੱਲ ਨਵਜੋਤ ਸਿੰਘ ਸਿੱਧੂ ਰੇਜ਼ ਕਰਦਾ ਤੇ ਉਹਦੇ ਨਾਲ ਸੰਬੰਧਿਤ ਅਨਾਉਂਸਮੈਂਟ ਤੁਸੀਂ ਕਰ ਦਿੰਦੇ ਹੋ, ਤੇ ਉਹ ਚੀਜ਼ ਕੱਲ੍ਹ ਨੂੰ ਇਲੈਕਸ਼ਨ ਮੈਨੀਫੈਸਟੋ ਵਿੱਚ ਸ਼ਾਮਲ ਨਹੀਂ ਹੁੰਦੀ,
ਫਿਰ ਕਿਸ ਮੂੰਹ ਨਾਲ ਨਵਜੋਤ ਸਿੰਘ ਸਿੱਧੂ ਪਾਰਟੀ ਪ੍ਰਧਾਨ ਦੇ ਅਹੁਦੇ ਤੇ ਬਣੇ ਰਹਿਣਗੇ। ਈਵਨ ਇਹ ਵੀ ਤੁਸੀਂ ਨੋਟ ਕਰੋ ਕਿ ਜੇ ਕਾਂਗਰਸ ਹਾਈ ਕਮਾਂਡ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਇਲੈਕਸ਼ਨ ਜਿਹੜੀ ਕਮੇਟੀ ਇਲੈਕਸ਼ਨ ਕੰਪੇਨ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਬਣਾਇਆ, ਤੇ ਜੇ ਉਹਨਾਂ ਨੇ ਸੁਝਾਅ ਮੰਗੇ ਨੇ, ਫਿਰ ਇਹਦੀ ਪ੍ਰਕਿਰਿਆ ਵਿੱਚ ਆਪਣੇ ਪ੍ਰਤਾਪ ਬਾਜਵਾ ਵੀ ਸ਼ਾਮਲ ਨੇ, ਇਸ ਪ੍ਰਕਿਰਿਆ ਵਿੱਚ ਸੂਬੇ ਦਾ ਮੁੱਖ ਮੰਤਰੀ ਵੀ ਸ਼ਾਮਲ ਹੈ, ਇਸ ਪ੍ਰਕਿਰਿਆ ਵਿੱਚ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੈ, ਸਭ ਤੋਂ ਉੱਪਰ ਇਸ ਪ੍ਰਕਿਰਿਆ ਵਿੱਚ ਕਾਂਗਰਸ ਦੀ ਹਾਈ ਕਮਾਂਡ ਵੀ ਸ਼ਾਮਲ ਹੈ। ਜੇ ਕੱਲ ਨੂੰ ਕਿਸੇ ਇੱਕ ਲੈਵਲ ਤੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਨਵਜੋਤ ਸਿੰਘ ਸਿੱਧੂ ਅੱਜ ਅਨਾਉਂਸ ਕਰ ਰਹੇ ਨੇ, ਜੇ ਕੱਲ ਨੂੰ ਕਿਸੇ ਅਗਲੇ ਲੈਵਲ ਤੇ ਉਹ ਕੱਟੀਆਂ ਜਾਂਦੀਆਂ ਨੇ, ਫਿਰ ਕਿਸ ਮੂੰਹ ਨਾਲ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਅੰਦਰ ਕੰਪੇਨ ਕਰਨਗੇ। ਇਸ ਕਰਕੇ ਮੈਨੂੰ ਤਾਂ ਆਪ ਜਾਤੇ ਖੁਦ ਹੈਰਾਨੀ ਹੁੰਦੀ ਹੈ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਪ੍ਰਧਾਨ ਹੈਗੇ ਨੇ, ਪਰੰਤੂ ਇਲੈਕਸ਼ਨ ਮੈਨੀਫੈਸਟੋ ਇਕੱਲੇ ਪਾਰਟੀ ਪ੍ਰਧਾਨ ਨੇ ਨਹੀਂ ਬਣਾਉਣਾ। ਇਲੈਕਸ਼ਨ ਮੈਨੀਫੈਸਟੋ ਬਣਿਆ ਨਹੀਂ, ਕੰਸਲਟੇਸ਼ਨ ਹੋਈ ਹੋਵੇ ਸਾਨੂੰ ਨਜ਼ਰ ਨਹੀਂ ਆ ਰਹੀ, ਤੇ ਜਿੰਨੀ ਦੇਰ ਤੱਕ ਇਲੈਕਸ਼ਨ ਮੈਨੀਫੈਸਟੋ ਬਣ ਕੇ ਅਨਾਉਂਸ ਨਹੀਂ ਕਰ ਦਿੱਤਾ ਜਾਂਦਾ, ਜਿਹੜੀਆਂ ਇਸ ਕਿਸਮ ਦੀਆਂ ਅਨਾਉਂਸਮੈਂਟਸ ਨੇ ਉਹਨਾਂ ਦਾ ਮੈਨੂੰ ਕੋਈ ਬਹੁਤਾ ਮੀਨਿੰਗ ਨਹੀਂ ਨਜ਼ਰ ਆਉਂਦਾ। ਅਸੀਂ ਤਾਂ ਰਾਦਰ ਇਦੋਂ ਅੱਗੇ ਆਸ ਕਰਦੇ ਸੀ ਕਿ ਨਵਜੋਤ ਸਿੰਘ ਸਿੱਧੂ ਜੇ ਵਾਕਿਆ ਹੀ ਜਿਹੜੀਆਂ ਗੱਲਾਂ ਹੁਣ ਤੱਕ ਕਹਿੰਦੇ ਰਹੇ ਨੇ, ਫਿਰ ਉਹ ਕੋਸ਼ਿਸ਼ ਕਰਨ ਕਿ ਹੁਣ ਜਦੋਂ ਅਸੀਂ ਕੱਲ ਨੂੰ ਇਲੈਕਸ਼ਨ ਮੈਨੀਫੈਸਟੋ ਬਣਾਉਣਾ, ਜਿਹੜੇ ਵਾਅਦੇ ਅਸੀਂ ਇਲੈਕਸ਼ਨ ਮੈਨੀਫੈਸਟੋ ਵਿੱਚ ਕਰਨੇ ਨੇ, ਉਹਨਾਂ ਦੇ ਨਾਲ ਅਸੀਂ ਇੱਕ ਐਲੈਬੋਰੇਟ ਵਿਉਂਤਬੰਦੀ ਲੈ ਕੇ ਆਵਾਂਗੇ ਕਿ ਪੈਸਾ ਕਿੱਥੋਂ ਆਉਣਾ, ਸਾਧਨ ਕਿੱਥੋਂ ਜਟਾਉਣੇ ਨੇ, ਤਾਂ ਕਿ ਲੋਕਾਂ ਨੂੰ ਲੱਗਦਾ ਕਿ ਹੁਣ ਇਲੈਕਸ਼ਨ ਮੈਨੀਫੈਸਟੋ ਅਲੱਗ ਕਿਸਮ ਦਾ, ਜਾਂ ਉਸ ਪਾਸੇ ਗੱਲ ਤੁਰਦੀ ਜਿਹੜੀ ਗੱਲ ਕਿਸੇ ਸਮੇਂ 'ਚ ਕਿਸਾਨ ਜਥੇਬੰਦੀਆਂ ਨੇ ਕਹੀ ਸੀ ਕਿ ਜੀ ਇਲੈਕਸ਼ਨ ਮੈਨੀਫੈਸਟੋ ਇੱਕ ਲੀਗਲ ਡਾਕੂਮੈਂਟ ਹੋਣਾ ਬਣਦਾ। ਫਿਰ ਤਾਂ ਸਾਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੀ ਰਾਜਨੀਤੀ, ਸੂਬੇ ਦੀ ਰਾਜਨੀਤੀ ਵਿੱਚ ਇੱਕ ਵੱਡਾ ਬਦਲਾਅ ਲੈ ਕੇ ਆਂਦਾ। ਅਦਰਵਾਈਜ਼ 2-4 ਸਕੀਮਾਂ A ਨੇ ਅਨਾਉਂਸ ਕਰਤੀਆਂ, 2-4 ਸਕੀਮਾਂ B ਨੇ ਅਨਾਉਂਸਮੈਂਟ ਕਰਤੀਆਂ, ਫਿਰ ਜਿਹੜੀ ਕੇਜਰੀਵਾਲ ਨੇ ਅਨਾਉਂਸਮੈਂਟਸ ਕੀਤੀਆਂ, ਜਿਹੜੀ ਅਕਾਲੀ ਦਲ ਨੇ ਅਨਾਉਂਸਮੈਂਟਸ ਕੀਤੀਆਂ, ਉਸ ਕਿਸਮ ਦੀਆਂ ਅਨਾਉਂਸਮੈਂਟ ਨਵਜੋਤ ਸਿੰਘ ਸਿੱਧੂ ਦੀਆਂ ਬਣ ਜਾਣਗੀਆਂ। ਉਹ ਫਿਰ ਕੋਈ ਅਲੱਗ ਕਿਸਮ ਦਾ ਪ੍ਰੋਗਰਾਮ, ਜਿਸ ਪ੍ਰੋਗਰਾਮ ਵਿੱਚ ਸੂਬੇ ਦੇ ਲੋਕਾਂ ਦਾ ਵਿਸ਼ਵਾਸ ਪੈਦਾ ਹੋ ਸਕੇ, ਉਹ ਉਸ ਕਿਸਮ ਦਾ ਪ੍ਰੋਗਰਾਮ ਨਹੀਂ ਹੋਏਗਾ। ਤਾਂ ਇਹ ਵੀ ਇੱਕ ਭਰੋਸਾ ਦੇਣ ਦੀ ਲੋਕਾਂ ਨੂੰ ਜ਼ਰੂਰਤ ਹੈਗੀ ਆ, ਜਿਹੜੀ ਆਪਾਂ ਗੱਲ ਵਾਰ-ਵਾਰ ਕਰ ਰਹੇ ਹਾਂ ਕਿ ਠੀਕ ਆ, ਮੰਨ ਲੈਂਦੇ ਨੇ, ਆਪਾਂ ਵੀ ਮੰਨ ਲੈਂਦੇ ਹਾਂ ਕਿ ਠੀਕ ਹੈ ਨਵਜੋਤ ਦੀ ਨੀਅਤ ਠੀਕ ਹੈ, ਨਵਜੋਤ ਕਰਨ ਦੀ ਕੋਸ਼ਿਸ਼ ਕਰਨਗੇ, ਠੀਕ ਹੈ ਮਾਫੀਆ ਦੇ ਜੇਬ ਚੋਂ ਪੈਸਾ ਵੀ ਕੱਢ ਲਿਆਉਣਗੇ, ਪਰ ਗੱਲ ਇਹ ਹੈ ਕਿ ਜੇ ਪਾਰਟੀ ਇਸ ਦੇ ਨਾਲ ਸਹਿਮਤ ਅੱਜ ਨਾ ਹੋਈ, ਅੱਜ ਵੀ ਨਾ ਹੋਈ, ਜਾਂ ਫਿਰ ਸਰਕਾਰ ਬਣਨ ਤੋਂ ਬਾਅਦ ਨਾ ਹੋਈ, ਤਾਂ ਫਿਰ ਕੀ ਲੋਕਾਂ ਦੇ ਪੱਲੇ ਰਹਿ ਜਾਊਗਾ? ਤੁਸੀਂ ਜਿਹੜੀ 100 ਦਿਨ ਦੀ ਸਰਕਾਰ ਚੱਲੀ, ਉਹਦੇ ਤੇ ਝਾਤ ਮਾਰੋ। ਜਿਸ ਕਿਸਮ ਦੇ ਮੁੱਦੇ ਨਵਜੋਤ ਸਿੰਘ ਸਿੱਧੂ ਨੇ ਉਠਾਏ, ਉਹਨਾਂ ਦੀ ਵਿਰੋਧਤਾ ਪਾਰਟੀ ਦੇ ਅੰਦਰ ਕਿੱਦਾਂ ਹੋਈ? ਤੁਸੀਂ ਮੈਨੂੰ ਦੱਸੋ ਕਿ ਐਡਵੋਕੇਟ ਜਨਰਲ ਲੱਗਿਆ ਵਿਰੋਧਤਾ ਨਹੀਂ ਹੋਈ, DGP ਲਾਉਣ ਲੱਗਿਆ ਵਿਰੋਧਤਾ ਨਹੀਂ ਹੋਈ। ਨਵਜੋਤ ਸਿੰਘ ਸਿੱਧੂ ਦੇ ਵਾਰ-ਵਾਰ ਇਸ ਮੁੱਦਾ ਉਠਾਉਣ ਦੇ ਕਿ ਜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਡਰੱਗ ਵਾਲੀ ਰਿਪੋਰਟ ਨੂੰ ਓਪਨ ਕਰਕੇ ਉਹਦੇ ਤੇ ਕਾਰਵਾਈ ਕਰਨ ਦੀ ਕੋਈ ਪਾਬੰਦੀ ਨਹੀਂ ਲਾਈ, ਫਿਰ ਵੀ ਸਮਾਂ ਲੱਗ ਗਿਆ। ਇਹੀ ਤਾਂ ਸਿਸਟਮ ਦੀਆਂ ਸਮੱਸਿਆਵਾਂ ਨੇ ਕਿ ਸਿਸਟਮ ਦੇ ਅੰਦਰ ਜਿਹੜਾ ਪਾਰਟੀ ਪ੍ਰਧਾਨ ਕਹਿ ਰਿਹਾ, ਉਹਦੇ ਖਿਲਾਫ ਕਹਿਣ ਵਾਲੇ ਬਹੁਤ ਜ਼ਿਆਦਾ ਨੇ। ਖਾਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਤੋਂ ਬਾਅਦ ਜਿਹੜੀ ਵਿਰੋਧਤਾ ਨਾ, ਉਹ ਬਾਕੀ ਪ੍ਰਧਾਨਾਂ ਦੇ ਮੁਕਾਬਲੇ ਜ਼ਿਆਦਾ ਹੈ। ਸੋ ਉਸ ਵਿਰੋਧ ਦੇ ਹੁੰਦਿਆਂ ਹੋਇਆਂ ਨਵਜੋਤ ਸਿੰਘ ਸਿੱਧੂ ਜਿਹੜਾ ਪਤਾ ਨਹੀਂ ਉਹਨਾਂ ਦਾ ਜਾਤੀ ਏਜੰਡਾ ਹੈ ਜਾਂ ਉਹਨਾਂ ਦਾ ਪ੍ਰਧਾਨ ਦਾ ਏਜੰਡਾ ਹੈ, ਉਸ ਏਜੰਡੇ ਨੂੰ ਕਾਂਗਰਸ ਦਾ ਏਜੰਡਾ ਕਿਵੇਂ ਬਣਾਉਣਗੇ, ਇਹ ਜ਼ਰੂਰੀ ਬਣ ਜਾਂਦਾ। ਜਿਹੜੀ ਤੁਸੀਂ ਗੱਲ ਕਰਦੇ ਹੋ, ਲੋਕਾਂ ਦੇ ਮਨਾਂ ਵਿੱਚ ਤੇ ਪਹਿਲਾਂ ਹੀ ਰਾਜਨੀਤਿਕ ਪਾਰਟੀਆਂ ਦਾ ਕੋਈ ਵਿਸ਼ਵਾਸ ਨਹੀਂ ਹੈਗਾ, ਕ੍ਰੈਡੀਬਿਲਿਟੀ ਟੁੱਟ ਚੁੱਕੀ ਹੈ। ਰਾਦਰ ਸਾਨੂੰ ਤਾਂ ਇਹ ਲੱਗਦਾ ਸੀ ਕਿ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਦੀ ਛਵੀ ਬਿਲਕੁਲ ਸਾਫ਼ ਸੁਥਰੀ ਹੈ, ਇਹਦੇ ਹੁੰਦਿਆਂ ਹੋਇਆਂ ਲੋਕਾਂ ਦੇ ਮਨਾਂ ਵਿੱਚ ਪਾਰਟੀ ਦੀ ਕ੍ਰੈਡੀਬਿਲਿਟੀ ਬਣੇਗੀ। ਆਪਾਂ ਤਾਂ ਇਹ ਕਹਿੰਦੇ ਹੁੰਦੇ ਸੀ ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਵਾਲੀ ਕਾਂਗਰਸ, ਜਿਸ ਕਾਂਗਰਸ ਨੇ ਪਰਫਾਰਮ ਨਹੀਂ ਕੀਤਾ, ਉਸ ਕਾਂਗਰਸ ਨੂੰ ਭੁਲਾ ਕੇ ਨਵੀਂ ਕਿਸਮ ਦੀ ਕਾਂਗਰਸ ਬਣਨ ਦੀ ਸੰਭਾਵਨਾ ਤਾਂ ਹੀ ਪੈਦਾ ਹੋਏਗੀ ਜੇਕਰ ਨਵਜੋਤ ਸਿੰਘ ਸਿੱਧੂ ਦੀਆਂ ਆਹ ਗੱਲਾਂ ਤੇ ਪਹਿਰਾ ਦਿੰਦਾ। ਡਾਕਟਰ ਸਾਹਿਬ ਕਲੇਸ਼ ਤਾਂ ਨਹੀਂ ਪੈ ਜੂ ਕਿਤੇ? ਡਾਕਟਰ ਸਾਹਿਬ ਕਲੇਸ਼ ਤੇ ਨਹੀਂ ਪੈ ਜੂ? ਕਿਉਂਕਿ ਉਧਰ ਪ੍ਰਤਾਪ ਸਿੰਘ ਬਾਜਵਾ ਇਤਰਾਜ਼ ਜਤਾ ਦੇਣ ਕਿ ਭਾਈ ਚੋਣ ਮੈਨੀਫੈਸਟੋ ਜਿਹੜਾ ਉਹ ਬਣਾਉਣਾ ਹੈ, ਉਹ ਮੈਂ ਬਣਾਉਣਾ ਹੈ, ਤੇ ਐਲਾਨ ਨਵਜੋਤ ਸਿੰਘ ਸਿੱਧੂ ਖੁਦ ਕਰੀ ਜਾਂਦੇ ਨੇ, ਕਿਤੇ ਇਸ ਚੀਜ਼ ਨੂੰ ਲੈ ਕੇ ਕਲੇਸ਼ ਤੇ ਨਹੀਂ ਪੈ ਜੂ? ਬਿਲਕੁਲ ਪਏਗਾ ਸੁਖਵਿੰਦਰ, ਬਿਲਕੁਲ ਪਏਗਾ। ਜਿਹੜੀ ਤੁਸੀਂ ਕਲੇਸ਼ ਦੀ ਗੱਲ ਕਰਦੇ ਹੋ, ਕਲੇਸ਼ ਦੇ ਵੀ ਦੋ ਪਹਿਲੂ ਨੇ। ਇੱਕ ਕਲੇਸ਼ ਹੈਗਾ
ਜਿਹਨੂੰ ਆਪਾਂ ਕਹਿੰਦੇ ਆ ਪਰਸਨੈਲਿਟੀ ਦਾ ਕਲੇਸ਼, ਕਿ ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਨੇ ਪ੍ਰਪੋਜ਼ ਕੀਤੀ ਉਹਨੂੰ ਪ੍ਰਤਾਪ ਸਿੰਘ ਬਾਜਵਾ ਜਿਹੜੇ ਇਲੈਕਸ਼ਨ ਕਮੇਟੀ ਦੇ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਨੇ ਉਹ ਸਵੀਕਾਰ ਕਰਦੇ ਨੇ ਜਾਂ ਨਹੀਂ। ਦੂਜੇ ਲੈਵਲ ਤੇ ਜਿਹੜੀਆਂ ਗੱਲਾਂ ਨਵਜੋਤ ਸਿੰਘ ਸਿੱਧੂ ਨੇ ਪ੍ਰਪੋਜ਼ ਕੀਤੀਆਂ ਉਹਨਾਂ ਪ੍ਰਤੀ ਮੁੱਖ ਮੰਤਰੀ ਚੰਨੀ ਦਾ ਰਵੱਈਆ ਕੀ ਹੈ, ਹਾਈ ਕਮਾਂਡ ਉਹਨੂੰ ਕਿਸ ਹੱਦ ਤੱਕ। ਸੋ ਇੱਕ ਤੇ ਪਰਸਨੈਲਿਟੀ ਕਲੈਸ਼ ਹੈ। ਦੂਜੀ ਜਿਹੜੀ ਤੁਹਾਨੂੰ ਮੈਂ ਗੱਲ ਕਹੀ ਸੀਗੀ ਕਿ ਨਵਜੋਤ ਸਿੰਘ ਸਿੱਧੂ ਦੀਆਂ ਗੱਲਾਂ ਜਿਹੜੇ ਲੋਕਾਂ ਨੂੰ ਡੀਥਰੋਨ ਕਰਦੀਆਂ ਨੇ, ਉਹ ਉੱਥੇ ਕੀ ਹੋਏਗਾ, ਉਹ ਲੋਕ ਆਸਾਨੀ ਨਾਲ ਨਵਜੋਤ ਸਿੰਘ ਸਿੱਧੂ ਦੀਆਂ ਗੱਲਾਂ ਜਾਣੀ ਹੁਣ ਤੁਸੀਂ ਦੱਸੋ ਵੀ ਜਿਹੜੇ ਲੋਕ ਰੇਤੇ ਦੀ ਆਪਣਾ ਮਾਈਨਿੰਗ ਵਿੱਚ ਇਨਵੋਲਡ ਸੀਗੇ ਉਹ ਮਾਈਨਿੰਗ ਦੇ ਸੁਧਾਰ ਦੀ ਪਾਲਿਸੀ ਨੂੰ ਵੈਲਕਮ ਕਰਨਗੇ। ਜਿਹੜੇ ਲੋਕਾਂ ਨੇ ਜਾਲੀ ਡਿਸਟਿਲਰੀਆਂ ਲਾ ਕੇ ਪੰਜਾਬ ਵਿੱਚ ਸ਼ਰਾਬ ਵੇਚੀ ਉਹ ਐਕਸਾਈਜ਼ ਦੇ ਮਹਿਕਮੇ ਨੂੰ ਸਾਫ਼ ਸੁਥਰੇ ਕਰਨ ਦੇ ਉਪਰਾਲਿਆਂ ਨੂੰ ਵੈਲਕਮ ਕਰਨਗੇ। ਜਿਹੜੇ ਲੋਕਾਂ ਨੇ ਜਾਲੀ ਬੱਸਾਂ ਚਲਾ ਕੇ ਟੈਕਸ ਦੀ ਚੋਰੀ ਕੀਤੀ ਉਹ ਟਰਾਂਸਪੋਰਟ ਦੇ ਮਹਿਕਮੇ 'ਚ ਕੋਈ ਸੁਧਾਰ ਹੋਵੇ, ਸਰਕਾਰ ਦੇ ਖਾਤੇ ਵਿੱਚ ਪੈਸੇ ਜਾਣ, ਉਹ ਇਸ ਕੰਮ ਨੂੰ ਵੈਲਕਮ ਕਰਨਗੇ। ਜਿਹੜੇ ਲੋਕ ਡਰੱਗ ਦਾ ਧੰਦਾ ਕਰਦੇ ਨੇ, ਜੇ ਸਰਕਾਰ ਸਖਤੀ ਨਾਲ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਵਾਲੇ ਪਾਸੇ ਤੁਰਦੀ ਹੈ ਉਹ ਉਹਨਾਂ ਦਾ ਵਿਰੋਧ ਨਹੀਂ ਕਰਦੇ, ਬਿਲਕੁਲ ਵਿਰੋਧ ਕਰਦੇ ਨੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਬੜੀਆਂ ਕੰਪਲੈਕਸ ਚੀਜ਼ਾਂ ਨੇ। ਸੁਧਾਰ ਪਹਿਲੀ ਤੇ ਗੱਲ ਇਹੀ ਫੈਸਲਾ ਕਰਨਾ ਕਿਸ ਚੀਜ਼ ਨੂੰ ਤੁਸੀਂ ਸੁਧਾਰ ਕਹਿੰਦੇ ਹੋ। ਦੂਜੀ ਗੱਲ ਜਿਹੜੇ ਉਸ ਸੁਧਾਰ ਦਾ ਵਿਰੋਧ ਕਰਨ ਵਾਲੇ ਨੇ ਉਹਨਾਂ ਨੂੰ ਕਿੱਦਾਂ ਤੁਸੀਂ ਕਾਊਂਟਰ ਕਰਨਾ, ਇਹ ਆਪਣੇ ਆਪ 'ਚ ਬਹੁਤ ਵੱਡਾ ਏਜੰਡਾ ਹੁੰਦਾ ਹੈ। ਸੋ ਇਸ ਕਰਕੇ ਮੈਨੂੰ ਤੇ ਵਿਜਾਤੇ ਖੁਦ ਇਸ ਗੱਲ ਦਾ ਬਹੁਤ ਦੁੱਖ ਹੋਵੇਗਾ ਜੇ ਇਹ ਸਿਧਾਂਤਕ ਅਨਾਉਂਸਮੈਂਟਸ, ਲੌਫਟੀ ਅਨਾਉਂਸਮੈਂਟਸ ਇਹ ਸਿਰਫ ਤੇ ਸਿਰਫ ਅਨਾਉਂਸਮੈਂਟਸ ਰਹਿ ਜਾਣ। ਜੇ ਵਾਕਿਆ ਹੀ ਜਿਵੇਂ ਪਹਿਲਾਂ ਲਗਾਤਾਰ ਸੂਬੇ ਦੀ ਇਨਕਮ ਵਿੱਚ ਲਗਾਤਾਰ ਗਿਰਾਵਟ ਹੋ ਰਹੀ ਹੈ ਤੇ ਸਰਕਾਰ ਆਪਣੀਆਂ ਮੁੱਢਲੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ, ਜੇ ਇੱਦਾਂ ਦਾ ਸਿਲਸਿਲਾ ਜਾਰੀ ਰਹਿੰਦਾ ਫਿਰ ਤਾਂ ਸੂਬੇ ਦੀ ਬਹੁਤ ਵੱਡੀ ਬਦਕਿਸਮਤੀ ਹੋਏਗੀ। ਬਿਲਕੁਲ। ਤਾਂ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ, ਸ਼ੁਕਰੀਆ। ਤਾਂ ਇਹ ਸਨ ਡਾਕਟਰ ਕੁਲਦੀਪ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਇਸ ਅਹਿਮ ਮੁੱਦੇ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ ਕਿ ਵਾਕਈ ਹੀ ਇਹ ਜਿਹੜੇ ਲੋਕਾਂ ਨੂੰ ਲੁਭਾਵਣੇ ਜਿਹੜੇ ਵਾਅਦੇ ਆ ਜਾਂ ਇਹ ਲੋਲੀਪੌਪ ਹੈ ਇਹ ਦਿਵਾਉਣਗੇ ਵੋਟ। ਜੇ ਦਿਵਾਉਣਗੇ ਵੋਟ ਤਾਂ ਵਾਅਦੇ ਪੂਰੇ ਕਰਨ ਦੇ ਲਈ ਕਿੱਥੋਂ ਆਉਣਗੇ ਨੋਟ। ਇਸ ਤੇ ਗੱਲਬਾਤ ਅਸੀਂ ਵਿਸਤਾਰਪੂਰਵਕ ਕਰਕੇ ਹਟੇ ਹਾਂ। ਲੋਕਾਂ ਨੂੰ ਸਮਝ ਜਾਣਾ ਚਾਹੀਦਾ ਸਮਝਾਉਣ ਦੀ ਸਾਡੇ ਵੱਲੋਂ ਵੀ ਪੂਰੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੇ ਉਹਨਾਂ ਦੇ ਕੀਮਤੀ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।